ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪੁ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਧ ਦਇਆਲ ਏਕ ਅੱਖਰ ਹਰ ਮਨ ਵਸਤੁ ਨਾਨਕ ਹੋਤ ਨਿਹਾਲ ਜੇਤਾ ਜਿਉ ਪਿੰਡ ਸਭ ਤੇਰਾ ਤੂੰ ਅੰਤਰਜਾਮੀ ਪੁਰਖ ਭਗਵਾਨ ਦਾਸਨ ਦਾਸ ਕਹੈ ਜਨ ਨਾਨਕ ਜਿਹਾ ਤੂੰ ਕਰਾਏ ਤੇਹਾ ਹੋ ਕਰੀ ਵਖਿਆ ਤੁਧ ਆਗੇ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣਹਿ ਮੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੈ ਮੇਰਾ। ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ, ਲਵਾਓ ਜੀ ਹਾਜ਼ਰੀਆਂ। ਸਤਿਗੁਰਾਂ ਦੀ ਬਖਸ਼ਿਸ਼ ਦੁਹਰਾਓ। ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਜੀ ਨੇ ਅਪਾਰ ਰਹਿਮਤ ਕਿਰਪਾ ਕੀਤੀ ਹੈ ਸਾਨੂੰ, ਤੁਹਾਨੂੰ ਸਭ ਨੂੰ ਸੇਵਾ ਦਾ ਸੁਭਾਗ ਸਮਾਂ ਬਖਸ਼ਿਆ। ਅੰਮ੍ਰਿਤ ਵੇਲੇ ਦੇ ਜਾਗਣੇ ਬਖਸ਼ੇ ਨੇ, ਤੰਦਰੁਸਤੀਆਂ ਬਖਸ਼ੀਆਂ ਨੇ, ਸੱਚਖੰਡੀ ਦਰਬਾਰ ਦੀਆਂ ਹਾਜ਼ਰੀਆਂ ਭਰਨ ਦਾ ਸਮਾਂ ਦਿੱਤਾ ਹੈ। ਜਿੰਨੀਆਂ ਵੀ ਸੰਗਤਾਂ ਮਹਾਰਾਜ ਦੇ ਚਰਨਾਂ ਦੀਆਂ ਆਪ ਜੀ ਹਾਜ਼ਰੀਆਂ ਭਰ ਰਹੇ ਹੋ, ਸਭ ਧੰਨਤਾ ਦੇ ਯੋਗ। ਮਾਲਕ ਦਾ ਕੋਟਾਨ ਕੋਟ ਵਾਰ ਧੰਨਵਾਦ ਹੈ, ਸ਼ੁਕਰ ਹੈ ਸੱਚੇ ਪਾਤਸ਼ਾਹ ਕਿਰਪਾ ਕੀਤੀ ਨਿਮਾਣਿਆਂ ਸੇਵਕਾਂ ਨੂੰ ਸੇਵਾ ਦਾ ਸਮਾਂ ਦਿੱਤਾ ਹੈ। ਇਨਸਾਨ ਦਾ, ਮਨੁੱਖ ਦਾ
ਆਈ ਜੀਵਨ। ਨਿਤਨੇਮ ਦਾ ਹੋਣਾ, ਸੇਵਾ ਸਿਮਰਨ ਹੋਣਾ ਜੀਵਨ 'ਚ ਮਨੁੱਖ ਦੇ ਅਸਲ ਦੇ ਵਿੱਚ ਇਹੀ ਜ਼ਿੰਦਗੀ ਆ। ਨਿਤਨੇਮ ਦਾ ਟੁੱਟ ਜਾਣਾ, ਜੀਵਨ 'ਚੋਂ, ਜ਼ਿੰਦਗੀ ਦੇ ਵਿੱਚੋਂ ਸੇਵਾ ਸਿਮਰਨ ਦਾ ਚਲੇ ਜਾਣਾ ਜੀ ਅਧਿਆਤਮਿਕ ਮੌਤ ਹੈ। ਦੁਰਲਭ ਦੇ ਪਾਈ ਵਡਭਾਗੀ, ਨਾਮ ਨਾ ਜਪੈ ਤਾ ਆਤਮ ਘਾਤੀ। ਆਹੀ ਜ਼ਿੰਦਗੀ ਆ। ਜੀਵਨਾ ਹਰ ਜੀਵਨਾ, ਜੀਵਨਾ ਹਰ ਜਪ ਸਾਧ ਸੰਗ। ਸੰਗਤ ਕਰਨਾ ਹੀ ਜੀਵਨ ਹੈ। ਮਹਾਰਾਜ ਕਹਿੰਦੇ ਆ ਜੀ, ਮਰਣੰ ਬਿਸਰਣੰ ਗੋਬਿੰਦੈ, ਜੀਵਨ ਹਰ ਨਾਮ ਧਿਆਵੈ। ਰੱਬ ਦਾ ਵਿਸਰ ਜਾਣਾ ਮੌਤ, ਤੇ ਰੱਬ ਦਾ ਨਾਮ ਧਿਆਉਣਾ ਹੀ ਜੀਵਨ ਹੈ। ਆਈ ਜਿਉਂਦੇ ਰਹਿਣ ਦੀ ਨਿਸ਼ਾਨੀ ਹੈ। ਬਾਣੀ ਹਰ ਰੋਜ਼ ਬਾਣ ਮਾਰਦੀ ਹੈ, ਫਰੀਦਾ ਪਿਸਲ ਰਾਤ ਨਾ ਜਾਗੇ ਹੋਏ, ਜੀਵ ਦ੍ਰਿੜਮ ਹੋਏ ਹੋਏ, ਜੇ ਤਾਂ ਰੱਬ ਵਿਸਾਰਿਆ ਤਾਂ ਰੱਬ ਨਾ ਵਿਸਰੇ। ਬੇਅੰਤ ਪ੍ਰਮਾਣ ਨੇ। ਸੋ ਆਓ ਜੀ ਯਤਨ ਕਰੀਏ, ਲੜੀਵਾਰ ਕਥਾ ਮਾਲਕ ਦੀ ਕਿਰਪਾ ਨਾਲ ਸਾਨੂੰ ਪ੍ਰਾਪਤ ਹੋਈ ਹੈ। ਇਸ ਕਥਾ ਨੂੰ ਜੀਵਨ ਦੇ ਵਿੱਚ ਅਪਲਾਈ ਕਰੀਏ। ਕੋਸ਼ਿਸ਼ ਹੋਵੇ ਗੁਰੂ ਦੇ ਬਚਨਾਂ ਨੂੰ ਕਮਾਉਣ ਦੀ। ਹਰ ਰੋਜ਼ ਅਸੀਂ ਇੱਕ ਦੋ ਤੁਕਾਂ ਜਿਹੜੀਆਂ ਨੇ ਮਹਾਰਾਜ ਦੇ ਬਚਨ ਵਿਚਾਰਦੇ, ਇੱਕ ਤਿਣਕਾ ਮਾਤਰ ਵਿਚਾਰ ਵੀ ਸਾਡੇ ਅੰਦਰ ਵਸ ਜਾਏ, ਸੁਣਿਆ ਸੁਣਾਇਆ ਲੇਖੇ ਲੱਗ ਜੂਗਾ। ਪੜ੍ਹੀਏ ਨਾਹੀਂ ਭੇਦ ਬੁਝੀਏ ਪਾਵਨਾ। ਪੜ੍ਹੋ ਸੁਣੋ ਘੱਟ, ਜੇ ਬੁੱਝਾਂਗੇ ਨਾ ਤਾਂ ਪਾਵਾਂਗੇ। ਨੇਮ ਬਣਾਈਏ ਆਪਣਾ ਗੁਰੂ ਦੇ ਬਚਨ ਸੁਣਨ ਸੁਣਾਉਣ ਦਾ। ਉੱਪਰੋਂ ਜੇ ਨਾ ਟਾਈਮ ਜਾਂ ਪਾਸ ਕਰੀਏ, ਸਮਾਂ ਤਾਂ ਵੈਸੇ ਵੀ ਗੁਜ਼ਰੀ ਜਾਣਾ। ਸੌਂ ਕੇ ਲੰਘਾ ਲਓ, ਗੱਲਾਂ ਕਰਕੇ ਲੰਘਾ ਲਓ, ਹਾਂਜੀ, ਜਾਂ ਗੁਰੂ ਦੀ ਬਾਣੀ ਸੁਣ ਲਓ, ਮਰਜ਼ੀ ਆਪਣੀ। ਇਹ ਅਧਿਆਤਮਿਕ ਗਿਆਨ ਹੈ। ਆਓ ਜੀ ਆਪਣੀ ਵਿਚਾਰ ਤੇ ਕੱਲ੍ਹ ਜੋ ਵਿਚਾਰ ਰਹੇ ਸਾਂ, ਪੂਰਾ ਗੁਰੂ ਕੌਣ ਹੈ? ਜਿਹੜਾ ਖੁਦ ਮੁਕਤ ਹੈ, ਖੁਦ ਪਾਰ ਲਾਉਂਦਾ ਜਹਾਜ਼ ਦੂਜਿਆਂ ਨੂੰ, ਤੇ ਆਪ ਵੀ ਪਾਰ ਹੋ ਜਾਂਦਾ। ਜੇ ਆਪ ਪਾਰ ਹੋਊਗਾ ਤਾਂ ਦੂਜਿਆਂ ਨੂੰ ਲਊ। ਪਰ ਦੁਨਿਆਵੀ ਤੌਰ ਤੇ ਜੋ ਕੱਲ੍ਹ ਵਿਚਾਰਿਆ ਸੀ, ਕੋਈ ਛੋਟੀ ਵਾਂਗ ਹੁੰਦੇ ਆ, ਕੋਈ ਆਪ ਵੀ ਨਹੀਂ ਤਰ ਸਕਦੇ, ਲੋਕਾਂ ਨੂੰ ਹੀ ਮੇਰੇ ਵਰਗੇ ਵਿਦਵਤਾ ਸਿਖਾਉਂਦੇ ਆ। ਆ ਇੱਦਾਂ ਜੀ, ਆ ਇੱਦਾਂ, ਆਪਣਾ ਨਿਤਨੇਮ ਹੈ ਨਹੀਂ, ਸਿਮਰਨ ਹੈ ਨਹੀਂ। ਲੋਕਾਂ ਨੂੰ ਇਹ ਮੱਤਾਂ ਦੇਣੀਆਂ ਨੇ, ਆਹ ਕਰਿਆ ਕਰੋ, ਉਹ ਕਰਿਆ ਕਰੋ। ਨਾ ਉਹ ਆਪ ਪਾਰ ਲੱਗਦਾ, ਨਾ ਦੂਜੇ ਲੱਗਦੇ। ਆਓ ਜੀ ਆਪਣੀ ਵਿਚਾਰ ਤੇ। ਐਸੀ ਅਵਸਥਾ ਜਿਹੜੀ ਹੈ, ਫਿਰ ਗੁਰੂ ਦੇ ਗਿਆਨ ਤੇ ਚੱਲ ਕਰਕੇ ਮੋਖ ਰੂਪ ਪਦਾਰਥ ਜਿਹੜਾ ਹੈ, ਉਹ ਗੁਰੂ ਦੇ ਕੋਲੋਂ ਪ੍ਰਾਪਤ ਹੁੰਦਾ ਹੈ। ਤੇ ਅੱਗੇ ਮਹਾਰਾਜ ਕਹਿੰਦੇ ਆ, ਭਾਈ ਦੇ ਗੁਰ ਬਿਨ ਗਿਆਨ ਨਾ ਹੋਏ। ਭਾਈ ਸਤਿਗੁਰੂ ਜੀ ਬ੍ਰਹਮ ਸਰੂਪ ਨੇ, ਸਤਿਗੁਰਾਂ ਤੋਂ ਬਗੈਰ ਬ੍ਰਹਮ ਗਿਆਨ ਦੀ ਪ੍ਰਾਪਤੀ ਨਹੀਂ ਹੋ ਸਕਦੀ। ਹਾਂ, ਦੁਨਿਆਵੀ ਮੱਤਾਂ ਬੜੀਆਂ ਸਿੱਖ ਲੈਂਦਾ ਬੰਦਾ, ਬ੍ਰਹਮ ਗਿਆਨ ਕੋਈ ਵੀ ਦੁਨਿਆਵੀ ਕੰਮ ਆ ਨਾ ਜੀ, ਸਾਨੂੰ ਧੰਦਾ ਕਾਰਜ, ਉਹਨੂੰ ਸਿੱਖਣ ਤੇ ਟਾਈਮ ਲੱਗਦਾ। ਕੋਈ ਵੀ ਕੰਮ ਹੈ, ਇੱਕੇ ਦਿਨ ਨਹੀਂ ਅਸੀਂ ਸਿੱਖ ਸਕਦੇ। ਕਿਸੇ ਵੀ ਤਰ੍ਹਾਂ ਦਾ ਕਾਰਜ ਹੈ, ਟਾਈਮ ਲੱਗਦਾ। ਭਰਮਣ ਕਰਨਾ ਪੈਣਾ, ਕੁਛ ਵੀ ਸਿੱਖਣਾ, ਕੋਈ ਦਾਲ ਸਬਜ਼ੀ ਬਣਾਉਣੀ, ਰੋਟੀ ਬਣਾਉਣੀ, ਕੋਈ ਕੰਮ ਸਿੱਖਣਾ,
ਜ਼ਮੀਨ ਵਾਹੁਣੀ ਸਿੱਖਣੀ, ਬੀਜ ਪਾਉਣੇ, ਬੜਾ ਕੁਛ ਸਿੱਖਣਾ ਪਊ ਨਾ, ਟਾਈਮ ਲੱਗੂ। ਤੇ ਦੁਨਿਆਵੀ ਧੰਦਾ, ਸੰਸਾਰ ਦਾ, ਤੇ ਜਿਹੜਾ ਨਿਰੰਕਾਰ ਦਾ ਕਾਰਜ ਹੈ ਨਾ, ਨਿਰੰਕਾਰ ਦਾ ਅਧਿਆਤਮਿਕ ਗਿਆਨ ਜਿਹੜਾ ਵਾ, ਉਹ ਵੀ ਇੰਨਾ ਸੌਖਾ ਨਹੀਂ ਮਿਲਦਾ। ਤੁਰਨਾ ਪਊ। ਜਿਹਨੇ ਅਸੀਂ ਬਣਾਇਆ, ਉਹਨੇ ਬਣਾਇਆ, ਤੇ ਉਹ ਕਾਰਜ ਨੇ ਸੰਸਾਰ ਦੇ ਕੰਮ, ਉਹ ਨਹੀਂ ਇੰਨੇ ਸੌਖੇ ਸਿੱਖਣੇ। ਫਿਰ ਬਣਾਉਣ ਵਾਲੇ ਵਾਲਾ ਕਾਰਜ ਜਿਹੜਾ ਇੰਨਾ ਸੌਖਾ ਕਿਵੇਂ ਹੋ ਸਕਦਾ? ਸਿੱਖਣਾ ਪਊ ਨਾ ਜੀ। ਅਧਿਆਤਮਿਕ ਗਿਆਨ ਗੁਰੂ ਤੋਂ ਬਿਨਾਂ, ਰੱਬ ਦੇ ਰਾਹ ਦਾ ਗਿਆਨ ਜਿਹੜਾ ਹੈ, ਉਹ ਗੁਰੂ ਤੋਂ ਬਿਨਾਂ ਨਹੀਂ ਹੋਏਗਾ। ਤਾਂ ਹੀ ਮਹਾਰਾਜ ਕਹਿੰਦੇ ਆ ਜੀ, ਕੁੰਭੇ ਬੱਧਾ ਜਲ ਰਹਿ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ, ਗੁਰੂ ਬਿਨ ਗਿਆਨ ਨਾ ਹੋਏ। ਗੁਰੂ ਤੋਂ ਬਿਨਾਂ ਗਿਆਨ ਨਹੀਂ। ਤੇ ਮਹਾਰਾਜ ਕਹਿੰਦੇ ਆ ਜੀ, ਪੁੱਛੋ ਬ੍ਰਹਮੇ ਨਾਰਦ ਹੈ, ਵੇਦ ਵਿਆਸ ਹੈ ਕੋਈ। ਭਾਵੇਂ ਇਸ ਗੱਲ ਨੂੰ ਕੋਈ ਵੇਦ ਉਚਾਰਨ ਵਾਲੇ ਬ੍ਰਹਮਾ ਜੀ ਪਾਸੋਂ, ਕੀਰਤਨ ਭਗਤੀ ਕਰਨ ਵਾਲੇ ਨਾਰਦ ਉਹਦੇ ਕੋਲੋਂ, ਜਾਂ ਫਿਰ ਵੇਦਾਂ ਦਾ ਟੀਕਾ ਕਰਨ ਵਾਲੇ ਵਿਆਸ ਰਿਸ਼ੀ, ਵੇਦ ਵਿਆਸ, ਉਹਦੇ ਕੋਲੋਂ ਜਾ ਕੇ ਪੁੱਛ ਲਓ, ਉਹ ਵੀ ਇਹੀ ਗੱਲ ਕਹਿਣਗੇ ਕਿ ਗੁਰੂ ਤੋਂ ਬਿਨਾਂ ਗਿਆਨ ਪ੍ਰਾਪਤ ਨਹੀਂ ਹੋ ਸਕਦਾ। ਕਿਉਂਕਿ ਇਹ ਮਹਾਨ ਆਤਮਾਵਾਂ ਵੀ ਗੁਰੂ ਤੋਂ ਬਿਨਾਂ ਗਿਆਨ ਪ੍ਰਾਪਤ ਨਹੀਂ ਕਰ ਸਕੀਆਂ। ਨਾ ਤਾਂ ਬ੍ਰਹਮਾ ਨੇ ਕੀਤਾ, ਨਾ ਵੇਦ ਵਿਆਸ ਨੇ ਕੀਤਾ, ਨਾ ਨਾਰਦ ਨੇ ਕੀਤਾ। ਗੁਰੂ ਧਾਰਨਾ ਜ਼ਰੂਰੀ ਹੈ। ਸੁਖਦੇਵ ਮੁਨੀ ਰਿਸ਼ੀ ਦੀ ਕਥਾ ਸੁਣੀ ਹੋਏਗੀ ਤੁਹਾਨੇ। ਕਿੰਨੇ ਸਾਲ ਭਟਕਦਾ ਰਿਹਾ? 36 ਸਾਲ ਐਵੇਂ ਫਿਰਦਾ ਰਿਹਾ। ਮਹਾਰਾਜ ਕਹਿੰਦੇ ਪੁੱਛ ਲਓ ਜਾ ਕੇ। ਬ੍ਰਹਮਾ ਜੀ ਨੂੰ ਜਦੋਂ ਸਰਵਗਤਾ ਨਹੀਂ ਸੀ ਨਾ, ਤਾਂ ਡੰਡਾ ਤੇ ਕਮੰਡਲ ਪਕੜ ਕੇ ਧਰਤੀ ਤੇ ਫਿਰਦਾ ਰਿਹਾ ਭਟਕਦਾ। ਬ੍ਰਹਮਾ ਆ ਸ੍ਰਿਸ਼ਟੀ ਰਚਣ ਵਾਲਾ ਜਿਹਨੂੰ ਕਹਿੰਦੇ ਨੇ ਲੋਕ। ਦਸ਼ਮੇਸ਼ ਪਿਤਾ ਕਹਿੰਦੇ ਆ, ਕਾਲ ਹੀ ਪਾਏ ਭਇਓ ਬ੍ਰਹਮਾ, ਗਹਿ ਦੰਡ ਕਮੰਡਲ ਭੂਮ ਪਰਮਾਇਓ। ਐਵੇਂ ਉਹ ਫਿਰਦਾ ਰਿਹਾ ਜੀ, ਗੱਲ ਨਹੀਂ ਬਣੀ। ਉਸ ਵਕਤ ਬ੍ਰਹਮਾ ਨੂੰ ਆਕਾਸ਼ਬਾਣੀ ਦੁਆਰਾ ਉਪਦੇਸ਼ ਦਿੱਤਾ ਕਿ ਬ੍ਰਹਮਾ ਤਪ ਕਰ, ਤਪ ਕਰ, ਤਪ ਕਰ। 3 ਵਾਰੀ ਵਚਨ ਹੋਏ, ਇਹੀ ਵਚਨ ਹੋਏ, ਤਪ ਕਰ, ਤਪ ਕਰ, ਤਪ ਕਰ। 3 ਵਚਨ। ਜਿਸ ਵੇਲੇ ਬ੍ਰਹਮਾ ਨੇ ਤਪ ਕੀਤਾ, ਉਦੋਂ ਫਿਰ ਬ੍ਰਹਮਾ ਨੂੰ ਕਹਿੰਦੇ ਜੀ, ਤਪ ਕੀਤਾ ਨਾ, ਬ੍ਰਹਮਾ ਨੂੰ ਹੰਕਾਰ ਹੋ ਗਿਆ ਕਿ ਮੈਂ ਗਿਆਨਵਾਨ ਹਾਂ। ਉਸ ਵੇਲੇ ਬ੍ਰਹਮਾ ਜੀ ਨੇ ਦਿਵ ਸਰੂਪ ਧਾਰਨ ਕੀਤਾ। ਮਹਾਰਾਜ ਨੇ ਦਿਵ ਸਰੂਪ ਧਾਰਨ ਕੀਤਾ। ਦਿਵ ਸਰੂਪ ਧਾਰ ਕੇ ਜਦੋਂ ਆਏ ਤਾਂ ਸਨਕ, ਸਨੰਦਨ, ਸਨਾਤਨ, ਸਨਤ ਕੁਮਾਰ ਚਾਰੇ ਭਰਾਵਾਂ ਨੂੰ ਫੁਰਿਆ। ਇਹ 4 ਪੁੱਤ ਸਨ ਬ੍ਰਹਮਾ ਦੇ। ਸਨਕ, ਸਨੰਦਨ, ਸਨਾਤਨ, ਸਨਤ ਕੁਮਾਰ ਬ੍ਰਹਮਾ ਦੇ ਪੁੱਤਰ। ਜਦੋਂ ਮਹਾਰਾਜ ਇਹ ਦਿਵ ਸਰੂਪ ਧਾਰਨ ਕਰਕੇ ਆਏ ਤਾਂ ਉਹ ਚਾਰੇ ਭਰਾਵਾਂ ਨੂੰ ਫੁਰਿਆ ਕਿ ਸਾਡੇ ਪਿਤਾ ਨੂੰ ਪਤਾ ਨਹੀਂ ਕਿ ਮਨ ਇੰਦਰੀਆਂ ਦੇ ਵਿਸ਼ਿਆਂ ਤੋਂ ਰਹਿਤ ਹੋ ਕੇ ਕਿਵੇਂ ਇਕਾਗਰ ਕਰੀਦਾ। ਉਹਨਾਂ ਨੇ ਆਪਣੇ ਇੰਦਰੀਆਂ ਨੂੰ ਵਸ ਵਿੱਚ ਕੀਤਾ।
ਬ੍ਰਹਮਾ ਦੇ ਪੁੱਤਰਾਂ ਦਾ ਗਿਆਨ ਹੋ ਗਿਆ। ਬਾਲ ਰੂਪ ਸਨ। ਉਹ ਕਹਿੰਦੇ ਸਾਡੇ ਪਿਤਾ ਨੂੰ ਨਹੀਂ ਪਤਾ ਕਿ ਮਨ ਇੰਦਰੀਆਂ ਦੇ ਵਿਸ਼ਿਆਂ ਤੋਂ ਰਹਿਤ ਹੋ ਕੇ ਕਿਵੇਂ ਇਕਾਗਰ ਕਰੀਦਾ, ਮਨ ਨੂੰ ਕਿਵੇਂ ਟਿਕਾਈਦਾ। ਇਹ ਸਾਰਾ ਪ੍ਰਸੰਗ ਇਕਾਦਸ਼ ਗ੍ਰੰਥ ਜਿਹੜਾ ਉਹਦੇ ਵਿੱਚ ਆਉਂਦਾ। ਤਾਂ ਉਹਨਾਂ ਨੇ ਪੁੱਛਿਆ ਆਪਣੇ ਪਿਓ ਨੂੰ, ਬ੍ਰਹਮਾ ਜਿਹੜਾ ਸੀ ਦੱਸ ਨਾ ਸਕਿਆ ਜੀ ਇਹ ਵਿਚਾਰ। ਇਹ ਚਾਰੇ ਭਰਾ ਆਪਣੇ ਪਿਤਾ ਦਾ ਮਖੌਲ ਉਡਾਉਣ ਲੱਗੇ ਕਿ ਉਂਝ ਤੂੰ ਸਾਡਾ ਪਿਓ ਖਵਾਉਣਾ, ਪਰ ਤੈਨੂੰ ਇਤਨਾ ਗਿਆਨ ਨਹੀਂ, ਮਨ ਇੰਦਰੀਆਂ ਦੇ ਵਿਸ਼ਿਆਂ ਤੋਂ ਰਹਿਤ ਕਿਵੇਂ ਹੋਵੇ, ਕਿਵੇਂ ਇਕਾਗਰ ਕਰੀਂਦਾ। ਕਹਿੰਦੇ ਫਿਰ ਉਸ ਵੇਲੇ ਬ੍ਰਹਮਾ ਨੇ ਆਰਾਧਨ ਕੀਤੀ ਤਾਂ ਮਹਾਰਾਜ ਨੇ ਹੰਸਾ ਅਵਤਾਰ ਧਾਰ ਕੇ ਪਰਮੇਸ਼ਰ ਨੇ ਹੰਸਾ ਅਵਤਾਰ ਧਾਰ ਕੇ ਜਿਨ੍ਹਾਂ ਦੇ ਪਰਾਂ ਕਈਏ ਖੰਭਾਂ ਤੇ ਵੇਦ ਸ਼ਾਸਤਰ ਲਿਖੇ ਹੋਏ ਸਨ, ਐਸਾ ਸਰੂਪ ਧਾਰ ਕੇ ਆ ਗਏ। ਉਸ ਵੇਲੇ ਐਸਾ ਸਰੂਪ ਦੇਖ ਕੇ ਇਹਨਾਂ ਚਾਰੇ ਭਰਾਵਾਂ ਨੇ ਆ ਕੇ ਬਚਨ ਕੀਤਾ ਕਿ ਦੱਸੋ ਜੀ ਤੁਸੀਂ ਕੌਣ ਹੋ। ਤਾਂ ਅੱਗੋਂ ਕਹਿਣ ਲੱਗੇ ਕਿ ਭਾਈ ਪੰਜਾਂ ਤੱਤਾਂ ਦਾ ਸਰੀਰ ਹੈ, ਤੁਹਾਡਾ ਸਰੀਰ ਵੀ ਪੰਜ ਤੱਤਾਂ ਦਾ ਹੀ ਹੈ, ਇਸ ਲਈ ਤੁਹਾਡਾ ਸਵਾਲ ਗਲਤ ਆ। ਉਹਨਾਂ ਨੇ ਪੁੱਛਿਆ, ਉਹ ਕਹਿੰਦੇ ਵੀ ਮੈਂ ਕੌਣ ਹਾਂ, ਮੇਰਾ ਪੰਜਾਂ ਤੱਤਾਂ ਦਾ ਸਰੀਰ ਆ, ਤੁਹਾਡਾ ਸਰੀਰ ਵੀ ਪੰਜ ਤੱਤਾਂ ਦਾ ਹੀ ਹੈ, ਤੁਹਾਡਾ ਸਵਾਲ ਹੀ ਗਲਤ ਹੈ। ਜੇ ਤੁਸੀਂ ਕਹੋ ਕਿ ਆਤਮਾਵਤ ਹਾਂ ਤਾਂ ਤੁਹਾਡੇ ਅਤੇ ਮੇਰੇ ਵਿੱਚ ਆਤਮਾ ਇੱਕ ਹੀ ਆ, ਕਿ ਆਤਮਾਵਤ ਹਾਂ ਕਿ ਮੈਂ ਆਤਮਾ, ਤੁਹਾਡੇ 'ਚ ਵੀ ਆਤਮਾ, ਮੇਰੇ 'ਚ ਵੀ ਆਤਮਾ। ਇਹ ਵੀ ਸਵਾਲ ਤੁਹਾਡਾ ਗਲਤ ਹੋਇਆ। ਇਸ ਤੋਂ ਅੱਗੇ ਚਾਰੇ ਭਰਾਵਾਂ ਨੂੰ ਕੋਈ ਗੱਲ ਨਾ ਆਈ ਤੇ ਜੋ ਆਪਣੇ ਆਪ ਨੂੰ ਬਰਕਤ ਖਵਾਉਂਦੇ ਸਨ, ਆਪਣੇ ਪਿਤਾ ਨੂੰ ਸ਼ਰਮਿੰਦਾ ਕਰ ਰਹੇ ਸੀ, ਉਹਨਾਂ ਦਾ ਸਾਰਾ ਮਾਣ ਜਿਹੜਾ ਸੀ ਟੁੱਟ ਗਿਆ ਤੇ ਉਹਨਾਂ ਨੇ ਖਿਮਾ ਮੰਗੀ। ਉਸੇ ਵੇਲੇ ਹੰਸਾ ਅਵਤਾਰ ਦੇ ਰੂਪ ਵਿੱਚ ਬ੍ਰਹਮਾ ਨੂੰ ਉਪਦੇਸ਼ ਦੇ ਕੇ ਗਿਆਨਵਾਨ ਕੀਤਾ ਕਿ ਬ੍ਰਹਮਾ ਇੰਦਰੀਆਂ ਤੋਂ ਪਰੇ ਮਨ ਸ਼ਬਦ ਨਾਲ ਟਿਕਾਈਂਦਾ। ਇਸ ਪ੍ਰਕਾਰ ਸਤਿਗੁਰੂ ਜੀ ਕਹਿੰਦੇ ਨੇ ਕਿ ਬ੍ਰਹਮਾ ਨੂੰ ਪੁੱਛ ਕੇ ਵੇਖ ਲਓ, ਗੁਰੂ ਦੁਆਰਾ ਹੀ ਭਗਵਾਨ ਨੇ ਹੰਸਾ ਅਵਤਾਰ ਧਾਰ ਕੇ ਉਪਦੇਸ਼ ਦਿੱਤਾ ਸੀਗਾ। ਗੁਰੂ ਤੋਂ ਬਿਨਾਂ ਗਿਆਨ ਨਹੀਂ ਹੋਏਗਾ, ਸਹੀ ਰਾਹ ਜਿਹੜਾ ਨਾ ਜੀਵਨ ਦਾ ਉਹ ਪ੍ਰਾਪਤ ਨਹੀਂ ਹੋਣਾ, ਬੰਦਾ ਕੁਰਾਹੇ ਪੈ ਰਹੇਗਾ। ਅੱਗੇ ਸਾਖੀ ਆਉਂਦੀ ਹੈ ਵਿਆਸ ਜੀ ਦੀ। ਫਿਰ ਵਿਆਸ ਰਿਸ਼ੀ ਨੂੰ ਕਹਿੰਦੇ ਹੰਕਾਰ ਹੋ ਗਿਆ ਕਿ ਮੈਂ ਵੇਦਾਂ ਦਾ ਗਿਆਤਾ, ਮੇਰੇ ਜੈਸਾ ਗਿਆਨਵਾਨ ਕੋਈ ਨਹੀਂ। ਹੰਕਾਰ ਹੋਣ ਕਰਕੇ ਉਸ ਵੇਲੇ ਵਿਆਸ ਰਿਸ਼ੀ ਤੇ ਗੈਵੀ ਤਲਵਾਰ ਚੱਲੀ। ਦਸਮ ਪਾਤਸ਼ਾਹ ਜੀ ਨੇ ਲਿਖਿਆ ਕਿ 6 ਟੁਕੜਿਆਂ ਵਿੱਚ ਰਿਖੀ ਵੰਡਿਆ ਗਿਆ। ਫਿਰ ਉਸ ਵਕਤ 6 ਰਿਖੀ ਬਣ ਕੇ 6 ਸ਼ਾਸਤਰ ਸਾਖ ਨਿਆਏ ਆਦਿ ਦੀ ਰਚਨਾ ਕੀਤੀ। ਵਿਆਸ ਰਿਖੀ ਦੇ ਅਵਤਾਰ ਵਿੱਚ ਇਹਨੂੰ ਫਿਰ ਸ਼ਾਂਤੀ ਨਾ ਆਵੇ ਤਾਂ ਨਾਰਦ ਨੇ ਇਹਨੂੰ ਭਾਗਵਤ ਪੁਰਾਣ ਸੁਣਾਇਆ। ਭਾਗਵਤ ਪੁਰਾਣ ਵਿੱਚ ਪਰਮੇਸ਼ਰ ਦੇ ਗੁਣ ਉਚਾਰ ਕੇ ਦੱਸੇ। ਭਾਈ ਗੁਰਦਾਸ ਜੀ ਲਿਖਦੇ ਨੇ, ਤ੍ਰਿਪਤ ਨਾ ਆਵੀ ਵੇਦ ਮਤ, ਅਗਨੀ ਅੰਦਰ ਤਪਤ ਤਪਾਇਆ, ਮਾਇਆ ਡੰਡ ਨਾ ਉਤਰੈ, ਜਮ ਡੰਡੇ ਬਹੁ ਦੁਖ ਰਵਾਇਆ, ਨਾਰਦ ਮਨ ਉਪਦੇਸਿਆ, ਮਤ ਭਗਵਤ ਗੁਣ ਗੀਤ ਕਰਾਇਆ, ਬਿਨ ਸਰਣੀ ਨੇ ਕੋਇ ਤਰਾਇਆ। ਫਿਰ ਸਰਣੀ ਪਿਆ। ਨਾਰਦ ਮੁਨੀ ਨੇ ਉਪਦੇਸ਼ ਦਿੱਤਾ ਕਿ ਪਰਮੇਸ਼ਰ ਦੀ ਭਗਤੀ ਕੀਤੀ ਤਾਂ ਵਿਆਸ ਨੂੰ ਸ਼ਾਂਤੀ ਆਈ। ਫਿਰ ਵਿਆਸ ਨੂੰ 11,000 ਵਰਸ਼ ਹੰਕਾਰ ਹੋ ਗਿਆ ਕਿ ਮੈਂ ਕਾਰਕ ਪਦ ਨੂੰ ਪ੍ਰਾਪਤ ਹੋ ਗਿਆ।
ਕਾਰਕ ਪੁਣੇ ਦੇ ਹੰਕਾਰ ਵਿੱਚ ਹੀ ਫਿਰਦਾ ਰਿਹਾ। ਜਦੋਂ ਕਾਰਕ ਪੁਣੇ ਦਾ ਹੰਕਾਰ ਮੁੱਕਿਆ ਤਾਂ ਵਿਆਸ ਜੀ ਨੂੰ ਸ਼ਾਂਤੀ ਆਈ। ਇਸ ਪ੍ਰਕਾਰ ਵੇਦਾਂ ਦੀਆਂ ਜਿਲਦਾਂ ਬੰਨਣ ਵਾਲਾ ਜਿਹੜਾ ਵਿਆਸ ਹੈ, ਉਹਦੇ 18 ਪੁਰਾਣਾ ਆਦਿ ਗ੍ਰੰਥਾਂ ਨੂੰ ਕੋਈ ਪੜ੍ਹ ਕੇ ਵੇਖ ਲਏ, ਇਉਂ ਪੁੱਛ ਕੇ ਵੇਖ ਲਵੇ, ਉਹ ਇਹੀ ਕਥਨ ਕਰਨਗੇ ਕਿ ਗੁਰੂ ਤੋਂ ਬਿਨਾ ਕਿਸੇ ਨੂੰ ਗਿਆਨ ਨਹੀਂ ਹੋਇਆ। ਗਿਆਨ ਜਿਹੜਾ ਹੈ ਗੁਰੂ ਦੁਆਰਾ ਹੀ ਹੋਏਗਾ। ਤੇ ਮਹਾਰਾਜ ਕਹਿੰਦੇ ਆ, ਗਿਆਨ ਧਿਆਨ ਤੁਨ ਜਾਣੀਐ, ਅਕਥ ਕਹਾਵੈ ਸੋਏ। ਗੁਰੂ ਹੀ ਜੀਵਨ ਦਾ ਸਹੀ ਮਾਰਗ ਦਿਖਾਉਂਦਾ। ਕਹੋ ਬੇਣੀ ਨਿਹਚੋ ਧਿਆਵੈ, ਬਿਨ ਸਤਿਗੁਰ ਬਾਟ ਨਾ ਪਾਵੈ। ਗੁਰੂ ਤੋਂ ਬਿਨਾ ਸਹੀ ਰਾਹ ਨਹੀਂ ਪ੍ਰਾਪਤ ਹੁੰਦਾ। ਕਹਿੰਦੇ ਭਾਈ, ਨਿਰਗੁਣ ਸਰੂਪ ਦਾ ਗਿਆਨ ਅਤੇ ਸਰਗੁਣ ਸਰੂਪ ਦਾ ਧਿਆਨ, ਗੁਰਾਂ ਦੇ ਗਿਆਨ ਧਿਆਨ ਧੁਨ, ਧੁਨ ਕਹੀਏ ਸ਼ਬਦ, ਗਿਆਨ ਦਾ ਜੋ ਨਿਰਗੁਣ ਸਰੂਪ ਦਾ ਗਿਆਨ ਹੈ, ਸਰਗੁਣ ਸਰੂਪ ਦਾ ਧਿਆਨ ਹੈ, ਤੇ ਇਹ ਗੁਰਾਂ ਦੇ ਧੁਨ ਕਹੀਏ ਸ਼ਬਦ ਦੁਆਰਾ ਹੀ ਜਾਣ ਸਕੀਦਾ। ਗੁਰੂ ਦੇ ਸ਼ਬਦ ਦੁਆਰਾ ਹੀ ਗਿਆਨ ਹੋਏਗਾ। ਉਹ ਗੁਰੂ ਹੀ ਅਕਥ ਕੀਏ ਕਥਨ ਤੋਂ ਰਹਿਤ ਪਰਮੇਸ਼ਰ ਨੂੰ ਕਥਨ ਕਰ ਦਿੰਦਾ ਹੈ। ਸਫ ਲਿਓ ਬਿਰਖ ਹਰਿਆਵਲਾ, ਸ਼ਾਵ ਘਨੇਰੀ ਹੋਏ। ਮਹਾਰਾਜ ਸਤਿਗੁਰੂ ਸਾਹਿਬ ਜੀ ਧਰਮ ਰੂਪੀ ਮੁੱਢ, ਕਰੁਣਾ ਮੁਦਤਾ ਮੈਤਰੀ ਅਪੇਖਿਆ ਰੂਪੀ ਟਾਹਣੀਆਂ ਦੇ ਸਹਿਤ ਹਰਿਆਵਲਾ ਹਰਾ ਭਰਾ ਭਗਤੀ ਰੂਪੀ ਹਰਿਆਵਲਾ ਦੇ ਸਹਿਤ ਸਫਲ ਹੈ। ਇਹ ਬਿਰਛ ਹੈ ਜਿਹਦੀ ਸ਼ਾਂਤੀ ਰੂਪੀ ਘਨੇਰੀ ਛਾਂ ਹੈ। ਸ਼ਾਵ ਘਨੇਰੀ ਹੋਏ, ਟਕਾ ਦੀ, ਸਕੂਨ ਦੀ, ਗੁਰੂ ਦੁਆਰਾ ਹੀ ਸੰਘਣੀ ਘਨੇਰੀ ਛਾਂ ਹੁੰਦੀ ਆ। ਲਾਲ ਜਵੇਹਰੀ ਲਾਹਲ ਜਵੇਹਰ ਮਾਣ ਕੀ, ਗੁਰ ਭੰਡਾਰੈ ਸੋਏ। ਕਹਿੰਦੇ ਜਿਸ ਗੁਰੂ ਰੂਪ ਬਿਰਛ ਨੂੰ ਮਾਣਕ ਦੀ ਨਿਆਈ ਸਰਵਣ ਮੰਨਣ ਨਿਧਿਆਸਣ ਰੂਪੀ ਪੱਤੇ, ਲਾਲ ਕਹੀਏ ਪ੍ਰੇਮ ਰੂਪੀ ਫੁੱਲ, ਜਵੇਹਰ ਦੀ ਨਿਆਈ ਗਿਆਨ ਰੂਪੀ ਫਲ ਲੱਗੇ ਨੇ। ਇਉਂ ਸਤਿਗੁਰਾਂ ਦੇ ਅੰਤਹਿ ਕਰਨ ਰੂਪ ਭੰਡਾਰੇ ਕਹੀਏ ਖਜ਼ਾਨੇ ਵਿੱਚ ਸ਼ੁਭ ਗੁਣ ਸੋਭਨੀਕ ਹੋ ਰਹੇ ਨੇ। ਬੇਅੰਤ ਮਹਾਰਾਜ ਦੇ ਭੰਡਾਰੇ ਜਿਹੜੇ ਨੇ ਭਰੇ ਪਏ ਨੇ, ਬੇਅੰਤ ਗੁਣ ਪ੍ਰਾਪਤ ਹੁੰਦੇ ਨੇ ਗੁਰੂ ਦੇ ਦਰ ਤੇ ਆ ਕੇ। ਸੋ ਇਸ ਕਰਕੇ ਸਾਧ ਸੰਗਤ ਜੀ, ਗੁਰੂ ਤੋਂ ਬਿਨਾਂ ਜੀਵਨ ਦਾ ਸਹੀ ਮਾਰਗ ਜਿਹੜਾ ਹੈ ਉਹ ਨਹੀਂ ਮਿਲਦਾ। ਬੰਦਾ ਕਰਾਹੀ ਪਊਗਾ, ਇੱਧਰ ਨੂੰ ਚੱਲ ਜਾਓ ਜੀ, ਇੱਧਰ ਨੂੰ ਚੱਲ ਜਾਓ, ਪਿਆਰੂ ਸਹੀ ਰਾਹ ਨਹੀਂ ਮਿਲਦਾ। ਕਿਉਂਕਿ ਜਿੱਥੇ ਵੀ ਜਾ ਕੇ ਬੰਦਾ ਮੱਥਾ ਟੇਕਦਾ ਕਹਿ ਲਈਏ, ਉਹ ਖੁਦ ਤਾਂ ਮਾਇਕ ਪਦਾਰਥਾਂ 'ਚ ਗਰਕ ਆ। ਜਿਹੜਾ ਖੁਦ ਹੀ ਮੇਰੇ ਵਰਗਾ ਮਾਇਕ ਪਦਾਰਥਾਂ 'ਚ ਗਰਕ ਹੈ, ਦੂਜਿਆਂ ਨੂੰ ਕਿਵੇਂ ਮੁਕਤ ਕਰ ਦੂਗਾ। ਗੁਰੂ ਸਾਹਿਬ ਜੀ ਆ ਰਜੋ ਤਮੋ ਸਤੋ, ਇਹ ਤਿੰਨੇ ਗੁਣਾਂ ਤੋਂ ਪਰੇ ਗੁਰੂ ਦੀ ਬਾਣੀ। ਗੁਰੂ ਗ੍ਰੰਥ ਸਾਹਿਬ ਜੀ ਚੌਥੇ ਪਦ 'ਚ ਨੇ। ਇੱਥੇ ਨਾ ਬਣਾਉਣ ਦਾ, ਨਾ ਢਾਉਣ ਦਾ, ਨਾ ਵਰਤਾਉਣ ਦਾ ਕੋਈ ਲਾਹਾ ਨਹੀਂ। ਇੱਥੇ ਸੁਰਤੀ ਦਾ ਮਾਰਗ ਹੈ, ਧਿਆਨ ਦਾ ਮਾਰਗ ਹੈ, ਪਰਮੇਸ਼ਰ ਨਾਲ ਲਿਵ ਜੋੜਨ ਦਾ ਮਾਰਗ ਹੈ, ਪਦਾਰਥਾਂ 'ਚ ਨਹੀਂ। ਇਹ ਤਾਂ ਜਿੰਨਾ ਵੀ ਕੁਛ ਵੇਖ ਰਹੇ ਹਾਂ ਨਾ ਆਪਾਂ, ਸਭ ਨਾਸ਼ਵੰਤ। ਆਪਾਂ ਨੂੰ ਪਤਾ ਹੈ ਕਿ ਸਭ ਕੁਛ ਇੱਥੇ ਹੀ ਮਿਲ ਜੂ, ਇੱਥੇ ਮਿੱਟੀ 'ਚ ਮਿਲ ਜਾਣਾ। ਸੰਸਾਰ 'ਚ ਕੁਛ ਵੀ ਨਾਲ ਨਿਭਣ ਵਾਲੀ ਚੀਜ਼ ਨੇ। ਇੱਕ ਸ਼ਬਦ ਸੁਰਤ, ਆਹ ਮਾਰਗ ਜਿਹੜਾ ਵਾ ਮਾਲਕ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤਾ, ਇਹ ਨਾਲ ਜਾਣ ਵਾਲਾ। ਇਸ ਕਰਕੇ ਗੁਰਮੁਖੋ ਸੁਰਤੀ ਦਾ ਮਾਰਗ ਅਪਣਾਈਏ, ਗੁਰੂ ਵਾਲੇ ਬਣੀਏ, ਗੁਰੂ ਤੋਂ ਗਿਆਨ ਹੋਵੇ, ਜਿਉਣਾ ਸਿੱਖੀਏ। ਜਿਉਣ ਦਾ ਚੱਜ ਆਏ, ਬੰਦੇ ਨੇ ਜਿਉਣਾ ਕਿਵੇਂ ਆ, ਸੰਸਾਰ 'ਚ ਰਹਿਣਾ ਕਿਵੇਂ ਆ। ਜਿਹਨੂੰ ਇਹ ਗਿਆਨ ਹੋ ਗਿਆ, ਫਿਰ ਇਹ ਨਹੀਂ ਹੈ ਕਿ ਉਹਦੀ ਜੀਵਨ ਰਾਹ ਭਟਕ ਜੂ।
गलत राह तुरपूगा नहीं, सही मार्ग। परमेश्वर रब नहीं कहना किसी का माड़ा कर, रब नहीं कहना किसी का हक खो, किसी को मार, किसी ते जुल्म कर। मालक दे ये गुण नहीं, ये साडे अवगुण है। वो तो कहना सब का भला कर। गुरु नानक दे घर का संदेश यही है कि नानक नाम चढ़ती कला तेरे भाने, सरबत का भला, सब की भला क्या महाराज, एक दा नहीं। ये ज्ञान गुरु तो बिना नहीं होएगा। गुरु की बाणी पढ़ते जावांगे ना रोज़ जी, विचारते जावांगे, ज्ञान हुंदा जाऊ हौली हौली भी हाँ मैं इत्थे क खड़ा, महाराज आ कहते हैं, गुरु साहब जी आ ज्ञान देंदे ने। बिना बुझण तो, भाव बिना जानण तो ज्ञान नहीं होएगा कि पढ़ीए ना ही भेद बुझीए भावना। जे बुझांगे ना तो कुछ मिलूगा। आ जो असी करते हैं ना साधन, तन मन धन सब सौंप गुरु को, तन देन वाले, मन देन वाले, धन देन वाले बड़े लोग फिरदे ने। गल किद्दे बनदी है जी, हुक्म मन्निया पाईए। जे उहदा हुक्म मनांगे तां कुछ पावांगे। हुक्म मन्निया होवे परवान तां खसमे का महल पाए सी। जे उहदी रजा च चलांगे तां उहदा महल जिहड़ा उहदा दर जिहड़ा है तां पा सकने। कि क्यों सच्चियारा हुई है, क्यों कूड़ा टुटा। सवाल है भी किवें सच्चे हुई है, जवाब की मिलता है, हुक्म रजाई चलना नानक लिखिया नाल, उहदी रजा च रहना। बड़ा औखा रजा च रहना जी। महाराज भी यही कहते हैं, सो सिख सखा बंधप है भाई, जे गुर के भाणे विच आवे। जिहड़ा गुरु की रजा च रहिंदा भाणे च रहिंदा है। नहीं फिर अपने भाणे जो चले भाई विछड़ चोटां खावे, चली जो अपनी मर्जी दे नाल, विछड़ के चोटां खावांगे। हुक्म की मन भावदे रा, भीड़े अगे जा बना, नंगा दोज के चालिया रा, दिसे खरा डरावना। महाराज जी कहते ने अगे नंगा जाएगा, अगे राह जिहड़े ने डराउणे ने। हुक्म की मन भावदे, आ जिहड़े मन भाउंदे हुक्म करदा ना, मन आइयां करदा, एक दिन उत्थे लेखा होना। फिर उत्थे की बनूगा जी, कर अवगण पछो तावना। राज लीला राजन की रचना करया, हुक्म फारा भोगी जा। राज भाग करी जा, मन आए हुक्म, लोकां ते जुल्म करी जा। एक की है, सहज सोहनी चंदन चोआ, नरक घोर का द्वारा। घोर नरक के दरवाजे ने। ये जदों गुरु तो ज्ञान लवांगे ना जी, गुरु की बाणी के अर्थ पढ़ांगे, सुनांगे, विचारांगे, डर लगूगा अंदर भी मैं की करदा फिरदा, महाराज की कहंदे ने। कपड़ रूप सुहावना सड़ दुनिया अंदर जावना, मंदा चंगा अपना आपे ही कीता पावना। जिहड़ा करांगे ना वो भरांगे जरूर। गुरु वाले बनिए जी, गुरु का ज्ञान अंदर वसाइए, गुरु की बाणी अनुसार तुरीए, जिउण जाइए। आओ भुल्लां तो खिमा रहिंदियां विचारां अगे विचारांगे। श्लोक पवन गुरु पाणी पिता, दिवस रात दोए दाई दाया। चंगियाइयां बुराइयां करमी आपो अपनी, जिनी नाम ते आया नानक ते मुख उजले। जिनी नाम ते आया नानक ते मुख उजले। वाहिगुरु जी का खालसा, वाहिगुरु जी की फतेह।